जय गुरु जी। शुकराना गुरु जी। ਅੱਜ ਅਸੀਂ ਪੰਜਾਬੀ ਵਿੱਚ ਸੰਪੂਰਨ ਸ਼ਿਵ ਮਹਾਪੁਰਾਣ ਪਹਿਲਾ ਖੰਡ ਪੰਜਵਾਂ ਅਧਿਆਇ ਪੜ੍ਹਦੇ ਹਾਂ ਗੁਰੂ ਜੀ ਤੋਂ ਆਗਿਆ ਲੈ ਕੇ। ਜੈ ਗੁਰੂ ਜੀ। ओम नमो शिवाय शिव जी सदा सहाय। ओम नमो शिवाय गुरु जी सदा सहाय। जय गुरु जी। पंजवां अध्याय। भगवान सदा शिव ने कहा, हे प्रिय, सानू एक अजिहा मनुख पैदा करना चाहिए है जो सब पढ़ाइयां विच पारगत होवे ਅਤੇ ਜਿਸ ਦੇ ਉੱਤੇ ਅਸੀਂ ਪੂਰੇ ਸੰਸਾਰਿਕ ਭਾਰ ਨੂੰ ਛੱਡ ਕੇ ਖੁਸ਼ੀ ਭਰਿਆ ਵਿਹਾਰ ਕਰ ਸਕੀਏ। ਭਗਵਾਨ ਤ੍ਰਿਸ਼ੂਲ ਪਾਣੀ ਦੇ ਮੂੰਹੋਂ ਨਿਕਲੇ ਹੋਏ ਇਹਨਾਂ ਸ਼ਬਦਾਂ ਨੂੰ ਸੁਣ ਕੇ ਭਗਵਤੀ ਜਗਦੰਬਾ ਜੀ ਨੇ ਆਪਣੇ ਖੱਬੇ ਪਾਸੇ ਦੇਖਿਆ ਤਾਂ ਉਹਨਾਂ ਦੀ ਇੱਛਾ ਨਾਲ ਇੱਕ ਛੇਤੀ ਹੀ ਇੱਕ ਮਨੁੱਖ ਦੀ ਉਤਪਤੀ ਹੋਈ। ਉਹ ਮਨੁੱਖ ਬਹੁਤ ਸਰੂਪਵਾਨ, ਕਲਾਵਾਨ, ਬੁੱਧੀਮਾਨ ਅਤੇ ਸ਼ੀਲਵਾਨ ਸੀ। ਉਸ ਦਾ ਪੂਰਾ ਸਰੀਰ ਸ਼ਿਆਮ ਬਰਨ ਚੰਨ ਵਰਗਾ ਸੀ। ਉਹ ਆਪਣੇ ਭਾਲ ਤੇ ਤ੍ਰਿਪੁੰਡ ਧਾਰਨ ਕੀਤੇ ਹੋਏ ਸੀ। ਉਹ ਪੀਲੇ ਕੱਪੜੇ ਪਾਏ ਹੋਏ ਸੀ। ਉਸ ਦਾ ਹਰ ਇੱਕ ਅੰਗ ਸੁਡੋਲ ਅਤੇ ਬਹੁਤ ਸੋਹਣਾ ਸੀ। ਉਹ ਸਭ ਵਿਦਿਆਵਾਂ ਦਾ ਨਿਧਾਨ, ਮਹਾਪ੍ਰਤਾਪੀ, ਸਿੱਧ ਰੂਪ ਅਤੇ ਪਵਿੱਤਰ ਸੀ। ਉਹ ਪੈਦਾ ਹੁੰਦੇ ਹੀ ਬਾਰ-ਬਾਰ ਡੰਡੋਤ ਕਰਦਾ ਹੋਇਆ ਭਗਵਾਨ ਸਦਾਸ਼ਿਵ ਅਤੇ ਭਗਵਤੀ ਉਮਾ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਖੜਾ ਹੋ ਗਿਆ। ਉਸ ਸੋਹਣੇ ਮਨੁੱਖ ਨੂੰ ਦੇਖ ਕੇ ਉਮਾ ਸਮੇਤ ਉਮਾਪਤੀ ਸ਼ਿਵ ਜੀ ਬਹੁਤ ਖੁਸ਼ ਹੋਏ। ਉਹ ਵੀ ਇਹਨਾਂ ਦੋਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਉਸ ਤੋਂ ਬਾਅਦ ਉਸਨੇ ਹੱਥ ਜੋੜ ਕੇ ਦੋਨਾਂ ਦੀ ਭਗਤੀ ਅਤੇ ਤਾਰੀਫ ਕਰਦੇ ਹੋਏ ਬੇਨਤੀ ਕੀਤੀ, ਹੇ ਪਿਤਾ, ਹੇ ਅਤੇ ਹੇ ਮਾਤੇਸ਼ਵਰੀ, ਤੁਸੀਂ ਮੇਰਾ ਨਾਂ ਰੱਖ ਕੇ ਮੇਰੇ ਜੋਗ ਜੋ ਕੰਮ ਹੋਵੇ ਉਹ ਦੱਸਿਓ। ਇਹ ਸੁਣ ਕੇ ਸ਼ਿਵ ਜੀ ਕਹਿਣ ਲੱਗੇ, ਤੁਹਾਡਾ ਨਾਂ ਵਿਸ਼ਨੂੰ ਹੋਏਗਾ। ਪੂਰੀ ਕਾਇਨਾਤ ਵਿੱਚ ਤੁਹਾਡੇ ਵਰਗਾ ਮਹਾਨ ਅਤੇ ਪ੍ਰਤਾਪੀ ਹੋਰ ਕੋਈ ਵੀ ਇਨਸਾਨ ਪ੍ਰਗਟ ਨਹੀਂ ਹੋਏਗਾ। ਤੁਹਾਡਾ ਯਸ਼ ਪੂਰੇ ਸੰਸਾਰ ਵਿੱਚ ਨਿਰੰਤਰ ਫੈਲਿਆ ਰਹੇਗਾ। ਸੰਸਾਰੀ ਮਨੁੱਖ ਤੁਹਾਨੂੰ ਹਰੀ, ਚਤੁਰਭੁਜ, ਭਗਵਾਨ, ਅਜੁਤ ਆਦਿ ਬਹੁਤ ਸਾਰੇ ਨਾਮਾਂ ਨਾਲ ਬੁਲਾਉਣਗੇ। ਤੁਸੀਂ ਭਗਤਾਂ ਦਾ ਮਨੋਰਥ ਪੂਰਾ ਕਰਨ ਲਈ ਪ੍ਰਗਟ ਹੋਏ ਹੋ। ਹੁਣ ਤੁਹਾਡੇ ਲਈ ਇਹ ਸਹੀ ਹੈ ਕਿ ਤੁਸੀਂ ਤਪੱਸਿਆ ਕਰੋ, ਜਿਸ ਨਾਲ ਤੁਹਾਨੂੰ ਹੋਰ ਤੇਜ਼ ਅਤੇ ਤਾਕਤ ਦੀ ਪ੍ਰਾਪਤੀ ਹੋਵੇ। ਇੰਨਾ ਕਹਿ ਕੇ ਭਗਵਾਨ ਸਦਾਸ਼ਿਵ ਨੇ ਵਿਸ਼ਨੂੰ ਨੂੰ ਯੋਗ ਵਿਦਿਆ ਦਾ ਉਪਦੇਸ਼ ਦਿੱਤਾ। ਤਦ ਵਿਸ਼ਨੂੰ ਇੱਕ ਥਾਂ ਤੇ ਬੈਠ ਕੇ ਤਪੱਸਿਆ ਕਰਨ ਵਿੱਚ ਲੀਨ ਹੋ ਗਏ। ਹੇ ਨਾਰਦ, ਉਹ ਦਵਾਦਸ਼ ਵਿਜੇ ਸ਼ਤਰ ਵਰਸ਼ ਪਰਜੰਤ ਇਹ ਹੀ ਆਸਨ ਤੇ ਬੈਠੇ ਹੋਏ ਯੋਗ ਸਾਧਨਾ ਦੁਆਰਾ ਭਗਵਾਨ ਸਦਾਸ਼ਿਵ ਦਾ ਧਿਆਨ ਕਰਦੇ ਰਹੇ। ਪਰ ਜਦ ਉਹਨਾਂ ਨੂੰ ਤਪੱਸਿਆ ਦਾ ਕੁਝ ਵੀ ਫਲ ਪ੍ਰਾਪਤ ਨਹੀਂ ਹੋਇਆ ਤਾਂ ਉਹਨਾਂ ਨੂੰ ਬਹੁਤ ਅਫਸੋਸ ਹੋਇਆ। ਉਸੇ ਵੇਲੇ ਜਿਸ ਤਰ੍ਹਾਂ ਵਰਖਾ ਵਿੱਚ ਬੱਦਲ ਗਰਜਦੇ ਹਨ, ਠੀਕ ਉਸੇ ਤਰ੍ਹਾਂ ਆਕਾਸ਼ਵਾਣੀ ਹੋਈ, ਹੇ ਵਿਸ਼ਨੂੰ, ਤੁਸੀਂ ਮਨ ਲਗਾ ਕੇ ਫਿਰ ਤੋਂ ਤਪ ਕਰੋ, ਕਿਉਂਕਿ ਅਸੀਂ ਆਸਾਨੀ ਨਾਲ ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਇਸ ਆਕਾਸ਼ਵਾਣੀ ਨੂੰ ਸੁਣ ਕੇ ਉਹਨਾਂ ਨੇ ਫਿਰ ਬਹੁਤ ਔਖਾ ਤਪ ਕਰਨਾ ਸ਼ੁਰੂ ਕਰ ਦਿੱਤਾ। ਉਸ ਔਖੀ ਤਪੱਸਿਆ ਦੇ ਕਾਰਨ ਵਿਸ਼ਨੂੰ ਦੇ ਪਵਿੱਤਰ ਸਰੀਰ ਤੋਂ ਇੰਨਾ ਪਸੀਨਾ ਨਿਕਲਿਆ ਕਿ ਉਸ ਤੋਂ ਇੱਕ ਨਦੀ ਵਹਿ ਗਈ। ਉਸ ਹਾਲਤ ਵਿੱਚ ਬੈਠੇ ਹੋਏ ਵਿਸ਼ਨੂੰ ਜਦੋਂ ਬੇਹੋਸ਼ ਹੋ ਗਏ ਤਦ ਉਹਨਾਂ ਦਾ ਨਾਂ ਤਿੰਨਾਂ ਲੋਕਾਂ ਵਿੱਚ ਹਰ ਨਾਰਾਇਣ ਪ੍ਰਸਿੱਧ ਹੋਇਆ। ਉਹ ਉਸ ਤਰ੍ਹਾਂ ਬੇਹੋਸ਼ ਹੋ ਗਏ ਕਿ ਜਿਵੇਂ ਕੋਈ ਗੂੜੀ ਨੀਂਦ ਸੌਂ ਗਿਆ ਹੋਵੇ। ਉਸੇ ਹਾਲਤ ਵਿੱਚ ਭਗਵਾਨ ਸਦਾਸ਼ਿਵ ਦੀ ਇੱਛਾ ਅਨੁਸਾਰ ਉਸ ਵਿਸ਼ਨੂੰ ਦੀ ਨਾਭੀ ਤੋਂ ਇੱਕ ਕਮਲ ਦੀ ਉਪਜ ਹੋਈ। ਉਸ ਕਮਲ ਵਿੱਚ ਬਹੁਤ ਸਾਰੀਆਂ ਪੰਖੜੀਆਂ ਸਨ। ਉਹ ਦੇਖਣ ਵਿੱਚ ਬਹੁਤ ਉੱਚਾ, ਬਹੁਤ ਮਨੋਰਥ ਅਤੇ ਲੰਬਾ ਸੀ। ਬ੍ਰਹਮਾ ਜੀ ਕਹਿਣ ਲੱਗੇ, ਹੇ ਨਰ, ਵਿਸ਼ਨੂੰ ਨੂੰ ਬਣਾਉਣ ਤੋਂ ਬਾਅਦ ਭਗਵਾਨ ਸਦਾਸ਼ਿਵ ਨੇ ਮੈਨੂੰ ਆਪਣੀ ਸੱਜੀ ਬਾਂਹ ਵਿੱਚੋਂ ਬਣਾਇਆ ਹੈ ਅਤੇ ਉਸੇ ਕਮਲ ਤੇ ਬਿਠਾ ਦਿੱਤਾ ਹੈ। ਮੇਰਾ ਰੰਗ ਲਾਲ ਸੀ। ਮੇਰੇ 4 ਸਿਰ ਸਨ ਜੋ ਚਾਰੇ ਦਿਸ਼ਾਵਾਂ ਵੱਲ ਖੁੱਲ ਰਹੇ ਸਨ। ਮੈਂ ਵੀ ਬਹੁਤ ਸਮਰੱਥਵਾਨ ਅਤੇ ਮਹਾਨ ਸੀ। ਉਸੇ ਵੇਲੇ ਮੈਂ ਇਹ ਆਕਾਸ਼ਵਾਣੀ ਸੁਣੀ, ਹੇ ਪੁੱਤਰ, ਤੁਹਾਡੇ ਅੱਜ ਬ੍ਰਹਮਾ, ਧਾਤਾ, ਵਿਧਾਤਾ, ਪਰਜੇਸ਼ਟ
ਪਰਮੇਸ਼ਠੀ, ਬਹੁ ਗਰਭ ਆਦਿ ਕਈ ਨਾਮ ਹੋਣਗੇ, ਪਰ ਮੈਂ ਉਸ ਵੇਲੇ ਇਹ ਨਹੀਂ ਜਾਣ ਸਕਿਆ ਕਿ ਮੈਨੂੰ ਪੈਦਾ ਕਰਨ ਵਾਲਾ ਕੌਣ ਹੈ। ਹੇ ਨਾਰਦ, ਭਗਵਾਨ ਸਦਾਸ਼ਿਵ ਦੀ ਮਾਇਆ ਤਿੰਨਾਂ ਭਵਨਾਂ ਨੂੰ ਘੇਰੇ ਹੋਏ ਹਨ। ਉਹ ਜੋ ਚਾਹੁੰਦੇ ਹਨ ਉਹੀ ਹੁੰਦਾ ਹੈ। ਸੋ ਮੈਂ ਇਹ ਨਹੀਂ ਜਾਣ ਸਕਿਆ ਕਿ ਮੈਂ ਕਿਸ ਦੁਆਰਾ ਪੈਦਾ ਹੋਇਆ ਹਾਂ ਅਤੇ ਕਿਸ ਦਾ ਪੁੱਤਰ ਹਾਂ, ਅਤੇ ਉਸ ਕਮਲ ਦੇ ਫੁੱਲ ਦੀ ਜੜ ਕਿੱਥੇ ਹੈ। ਤਦ ਮੈਂ ਇਹ ਵਿਚਾਰ ਕੀਤਾ ਕਿ ਜਿਸ ਦੇ ਮੂਲ ਤੋਂ ਇਸ ਕਮਲ ਦੀ ਉਪਜ ਹੋਈ ਹੈ ਉਹੀ ਮੇਰਾ ਪਿਤਾ ਹੈ। ਅਜਿਹਾ ਫੈਸਲਾ ਕਰਕੇ ਉਸ ਕਮਲ ਦੀ ਜੜ ਨੂੰ ਜਨਮ ਦੇਣ ਵਾਲੇ ਆਪਣੇ ਪਿਤਾ ਦਾ ਪਤਾ ਲਗਾਉਣ ਲਈ ਮੈਂ ਉਸ ਕਮਲ ਦੀ ਡੰਡੀ ਦੇ ਮਾਰਗ ਤੋਂ ਉਸ ਜਲ ਦੇ ਅੰਦਰ ਜਾ ਪੁੱਜਾ, ਜਿਸ ਵਿੱਚੋਂ ਹੋ ਕੇ ਉਹ ਕਮਲ ਨਾਲ ਉੱਪਰਲੇ ਪਾਸੇ ਨੂੰ ਨਿਕਲੀ ਹੋਈ ਸੀ। ਸੋ ਮੈਂ ਉਸ ਕਮਲ ਦੇ ਸਹਾਰੇ ਸੈਂਕੜੇ ਕੋਸਾਂ ਤੱਕ ਪਾਣੀ ਦੇ ਅੰਦਰ ਚਲਾ ਗਿਆ, ਪਰ ਮੈਨੂੰ ਉਸ ਦੀ ਜੜ ਦਾ ਕੋਈ ਪਤਾ ਨਾ ਲੱਗ ਸਕਿਆ। ਤਦ ਮੈਂ ਲਗਾਤਾਰ 100 ਸਾਲਾਂ ਤੱਕ ਕੋਸ਼ਿਸ਼ ਕਰਨ ਦੇ ਬਾਅਦ ਨਿਰਾਸ਼ ਹੋ ਜਾਣ ਦੇ ਗਮ ਤੋਂ ਵਿਆਕੁਲ ਹੋ ਕੇ ਉਸੇ ਥਾਂ ਤੇ ਫਿਰ ਪਰਤ ਆਇਆ ਜਿੱਥੋਂ ਮੈਂ ਥੱਲੇ ਗਿਆ ਸੀ। ਜਦ ਮੈਂ ਫਿਰ ਉੱਪਰ ਪਰਤ ਕੇ ਆਇਆ ਤਾਂ ਇਹ ਦੇਖ ਕੇ ਮੇਰੇ ਹੈਰਾਨ ਹੋਣ ਦੀ ਹੱਦ ਹੀ ਨਾ ਰਹੀ, ਜਦ ਉੱਥੇ ਉਹ ਕਮਲ ਦਾ ਫੁੱਲ ਵੀ ਨਜ਼ਰ ਨਹੀਂ ਆ ਰਿਹਾ ਸੀ ਜਿਸ ਤੇ ਮੈਂ ਪਹਿਲਾਂ ਬੈਠਾ ਹੋਇਆ ਸੀ। ਇਸ ਅਜੀਬ ਨਜ਼ਾਰੇ ਨੂੰ ਦੇਖ ਕੇ ਮੈਨੂੰ ਬਹੁਤ ਚਿੰਤਾ ਹੋਈ। ਤਦ ਮੈਂ ਇਸ ਪੂਰੀ ਕਾਇਨਾਤ ਦੇ ਸਵਾਮੀ ਤੋਂ ਆਪਣੀ ਰੱਖਿਆ ਕਰਨ ਦੀ ਬੇਨਤੀ ਕੀਤੀ। ਹੇ ਨਾਰਦ, ਉਸ ਵੇਲੇ ਮੈਨੂੰ ਪਰੇਸ਼ਾਨ ਦੇਖ ਕੇ ਆਕਾਸ਼ਬਾਣੀ ਹੋਈ, ਜਿਸ ਦੇ ਦੁਆਰਾ 2 ਅੱਖਰ ਪ੍ਰਗਟ ਹੋਏ। ਉਹਨਾਂ ਅੱਖਰਾਂ ਦੇ ਸਹਾਰੇ 16 ਅਤੇ 21 ਅੱਖਰਾਂ ਦਾ ਹੋਰ ਗਿਆਨ ਹੋਇਆ, ਜਿਨ੍ਹਾਂ ਤੋਂ ਮੈਂ ਬਹੁਤ ਸਾਰੀਆਂ ਗੱਲਾਂ ਨੂੰ ਜਾਣ ਸਕਿਆ। ਠੀਕ ਉਸੇ ਵੇਲੇ ਭਗਵਾਨ ਸਦਾਸ਼ਿਵ ਦੀ ਇੱਛਾ ਨਾਲ ਉਸ ਜਲ ਵਿੱਚ ਬੇਹੋਸ਼ ਪਏ ਵਿਸ਼ਨੂੰ ਹੋਸ਼ ਵਿੱਚ ਆ ਕੇ ਮੇਰੇ ਕੋਲ ਆਏ। ਉਹ ਰਤਨਾਂ ਨਾਲ ਜੜੀ ਕਿਰੀਟ ਆਦਿ ਨੂੰ ਧਾਰਨ ਕੀਤਾ ਹੋਇਆ ਸੀ। ਉਹਨਾਂ ਦੇ ਸਰੀਰ ਦਾ ਰੰਗ ਬੱਦਲ ਦੀ ਤਰ੍ਹਾਂ ਕਾਲਾ ਸੀ। ਉਹਨਾਂ ਦੇ ਇਸ ਮਨੋਹਰੀ ਪ੍ਰਕਾਸ਼ਵਾਨ ਸਰੂਪ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਐਨੀ ਕਥਾ ਸੁਣ ਕੇ ਬ੍ਰਹਮਾ ਜੀ ਨੇ ਕਿਹਾ, ਹੇ ਨਾਰਦ, ਇਸ ਵਿੱਚ ਕਿਸੇ ਦਾ ਸ਼ੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਭਗਵਾਨ ਸਦਾਸ਼ਿਵ ਜੋ ਚਾਹੁੰਦੇ ਹਨ ਉਹ ਹੁੰਦਾ ਹੈ। ਸੋ ਮੈਂ ਵਿਸ਼ਨੂੰ ਦੇ ਸਰੂਪ ਨੂੰ ਦੇਖ ਕੇ ਪੁੱਛਿਆ, ਤੁਸੀਂ ਕੌਣ ਹੋ? ਵਿਸ਼ਨੂੰ ਨੇ ਉੱਤਰ ਦਿੱਤਾ, ਹੇ ਬ੍ਰਾਹਮਣ, ਅਸੀਂ ਬ੍ਰਹਮ ਅਲਖ ਨਿਰੰਜਨ ਹਰੀ ਵਿਭੂਤੀ ਨਿਰਵਿਕਾਰ ਅਚਿਤ ਅਤੇ ਸਤਚਿਤ ਆਨੰਦ ਸਰੂਪ ਹਾਂ। ਅਸੀਂ ਤੁਹਾਡੇ ਪਿਤਾ ਹਾਂ ਅਤੇ ਸਾਡੀ ਹੀ ਨਾਭੀ ਕਮਲ ਦੁਆਰਾ ਤੁਹਾਡੀ ਉਪਜ ਹੋਈ ਹੈ। ਹੁਣ ਤੁਸੀਂ ਨਿਡਰ ਹੋ ਜਾਓ, ਕਿਉਂਕਿ ਅਸੀਂ ਤੁਹਾਡੇ ਰੱਖਿਅਕ ਹਾਂ। ਸਾਡੇ ਉੱਤੇ ਸਾਡੇ ਵਰਗਾ ਤੇ ਸਾਡੇ ਤੋਂ ਉੱਤਮ ਹੋਰ ਕੋਈ ਨਹੀਂ ਹੈ। ਅਸੀਂ ਹੀ ਸਭ ਦੇ ਸਵਾਮੀ ਹਾਂ। ਹੇ ਨਾਰਦ, ਵਿਸ਼ਨੂੰ ਜੀ ਨੇ ਇਹ ਗੱਲ ਅਗਿਆਨਤਾ ਵਿੱਚ ਹੀ ਕਹੀ ਸੀ ਕਿ ਅਸੀਂ ਹੀ ਉੱਤਮ ਹਾਂ ਅਤੇ ਅਸੀਂ ਹੀ ਬ੍ਰਹਮ ਹਾਂ, ਕਿਉਂਕਿ ਉਹ ਉਸ ਵੇਲੇ ਸ਼ਿਵ ਜੀ ਦੀ ਮਾਇਆ ਤੋਂ ਅਣਜਾਣ ਸੀ। ਭਲਾ ਇਸ ਸੰਸਾਰ ਵਿੱਚ ਕੌਣ ਹੈ ਜਿਸ ਨੂੰ ਭਗਵਾਨ ਸਦਾਸ਼ਿਵ ਦੀ ਮਾਇਆ ਭੁਲਾਵੇ ਵਿੱਚ ਨਾ ਪਾ ਦਿੰਦੀ। ਹੇ ਨਾਰਦ, ਵਿਸ਼ਨੂੰ ਦੇ ਮੂੰਹੋਂ ਇਹ ਬਚਨ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ। ਤਦ ਮੈਂ ਉਹਨਾਂ ਨੂੰ ਕਿਹਾ, ਹੇ ਵਿਸ਼ਨੂੰ, ਤੁਸੀਂ ਅਜਿਹੀ ਝੂਠੀ ਗੱਲ ਨਾ ਕਰੋ ਅਤੇ ਕੇਵਲਵ ਭਾਵ ਦਾ ਫੈਸਲਾ ਕਰੋ। ਜੇ ਤੁਸੀਂ ਸਾਨੂੰ ਪੈਦਾ ਕਰਨ ਵਾਲੇ ਹੁੰਦੇ ਤਾਂ ਵੇਦ ਸਾਨੂੰ ਬ੍ਰਹਮਾ, ਪਿਤਾ, ਮਹਾਵਿਦਾਤਾ, ਪਰਮੇਸ਼ਠੀ ਆਦਿ ਨਾਮਾਂ ਨਾਲ ਨਾ ਬੁਲਾਉਂਦੇ। ਅਸੀਂ ਆਪਣੇ ਆਪ ਨੂੰ ਹੀ ਤਿੰਨਾਂ ਗੁਣਾਂ ਨੂੰ ਧਾਰਨ ਕਰਕੇ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲੇ ਹਾਂ। ਸੋ ਤੁਹਾਨੂੰ ਸਾਡੇ ਲਈ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ। ਮੇਰੀ ਗੱਲ ਸੁਣ ਕੇ ਵਿਸ਼ਨੂੰ ਬੋਲੇ, ਹੇ ਬ੍ਰਹਮਾ, ਤੁਹਾਨੂੰ ਅਜਿਹੀ ਅਗਿਆਨਤਾ ਵਿੱਚ ਪੈਣਾ ਠੀਕ ਨਹੀਂ ਹੈ। ਇਸ ਦੁਨੀਆ ਨੂੰ ਪੈਦਾ ਕਰਨ ਵਾਲੇ ਤੁਸੀਂ ਨਹੀਂ ਹੋ, ਬਲਕਿ ਅਸੀਂ ਹਾਂ। ਅਸੀਂ ਹੀ ਸਭ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦਾ ਪਾਲਣ ਕਰਦੇ ਹਾਂ ਅਤੇ ਪ੍ਰਿਯ ਕਾਲ ਵਿੱਚ ਸਭ ਨੂੰ ਨਸ਼ਟ ਕਰ ਦਿੰਦੇ ਹਾਂ। ਸਾਡੇ ਹਰੀ, ਈਸ਼, ਅਚਯੁਤ ਆਦਿ ਸਭ ਤੋਂ ਉੱਤਮ ਨਾਮ ਹਨ। ਸਾਡੀ ਮਾਇਆ ਦੇ ਅਧੀਨ ਹੋ ਕੇ ਸਭ ਲੋਕ ਆਪਣਾ ਗਿਆਨ ਭੁਲਾ ਬੈਠਦੇ ਹਨ। ਇਸ ਲਈ ਤੁਸੀਂ ਵੀ ਅਜਿਹਾ ਕਹਿ ਰਹੇ ਹੋ। ਇਸ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੈ।
ਇਹ ਸਾਰੀ ਦੁਨੀਆ ਸਾਡੇ ਦੁਆਰਾ ਹੀ ਬਣਾਈ ਗਈ ਹੈ ਅਤੇ ਸਾਡੇ ਹੀ ਅਧੀਨ ਬਣੀ ਰਹਿੰਦੀ ਹੈ। ਅਸੀਂ ਵੇਦਾਂ ਨੂੰ ਬਣਾਇਆ ਹੈ ਅਤੇ ਤੁਹਾਨੂੰ ਨਾਭੀ ਕਮਲ ਦੁਆਰਾ ਉਪਜਿਆ ਹੈ। ਸਾਡੇ ਤੋਂ ਵੱਧ ਸ਼ਕਤੀਸ਼ਾਲੀ ਅਤੇ ਉੱਚ ਹੋਰ ਕੋਈ ਨਹੀਂ ਹੈ। ਤੁਸੀਂ ਆਪਣੇ ਨਾਮਾਂ ਦਾ ਹੰਕਾਰ ਨਾ ਕਰੋ ਅਤੇ ਗੁੱਸੇ ਨੂੰ ਛੱਡ ਕੇ ਜੋ ਬੋਲ ਕਹਿਣ ਯੋਗ ਅਤੇ ਠੀਕ ਹਨ ਉਹਨਾਂ ਦੀ ਹੀ ਵਰਤੋਂ ਕਰੋ, ਕਿਉਂਕਿ ਜਿਸ ਤਰ੍ਹਾਂ ਅੰਨਾ ਮਨੁੱਖ ਅੱਖਾਂ ਦੀ ਮਹਿਮਾ ਦਾ, ਗਰੀਬ ਮਨੁੱਖ ਧਨੀ ਵਿਅਕਤੀ ਦਾ ਵਰਣਨ ਕਰਦਾ ਹੈ, ਉਸੇ ਤਰ੍ਹਾਂ ਵੇਦ ਵੀ ਤੁਹਾਡੇ ਨਾਮਾਂ ਦਾ ਵਰਣਨ ਕੀਤਾ ਹੈ। ਜੇ ਤੁਸੀਂ ਸਾਡੀ ਪੂਜਾ ਕਰੋਗੇ ਤਾਂ ਸ਼ੁਭ ਹੋਏਗਾ, ਨਹੀਂ ਤਾਂ ਅਸੀਂ ਤੈਨੂੰ ਆਪਣੀ ਸ਼ਕਤੀ ਦੁਆਰਾ ਨਸ਼ਟ ਕਰ ਦਿਆਂਗੇ। ਹੇ ਨਾਰਦ, ਵਿਸ਼ਨੂੰ ਦੇ ਅਜਿਹੇ ਹੰਕਾਰ ਭਰੇ ਸ਼ਬਦ ਸੁਣ ਕੇ ਪਹਿਲਾਂ ਤਾਂ ਮੈਨੂੰ ਹਾਸਾ ਆਇਆ, ਪਰ ਫਿਰ ਦਿਲ ਵਿੱਚ ਇੰਨਾ ਕ੍ਰੋਧ ਆਇਆ ਕਿ ਮੈਂ ਉਹਨਾਂ ਦਾ ਦੁਸ਼ਮਣ ਬਣ ਗਿਆ ਤੇ ਉਹਨਾਂ ਨੂੰ ਇਸ ਤਰ੍ਹਾਂ ਕਹਿਣ ਲੱਗਾ, ਹੇ ਵਿਸ਼ਨੂੰ, ਜਿਸ ਤਰ੍ਹਾਂ ਗੁਰੂ ਆਪਣੇ ਚੇਲੇ ਨੂੰ ਝਿੜਕ ਕੇ ਬੁਲਾਉਂਦਾ ਹੈ, ਉਸੇ ਤਰ੍ਹਾਂ ਤੂੰ ਮੈਨੂੰ ਉਪਦੇਸ਼ ਕਿਉਂ ਦੇ ਰਿਹਾ ਹੈ। ਹੇ ਨਾਰਦ, ਇਸ ਤਰ੍ਹਾਂ ਕਹਿੰਦੇ ਹੋਏ ਮੈਂ ਅਤੇ ਵਿਸ਼ਨੂੰ ਆਪਸ ਵਿੱਚ ਯੁੱਧ ਕਰਨ ਲੱਗੇ। ਸ਼ਿਵ ਜੀ ਦੀ ਮਾਇਆ ਤੋਂ ਮੋਹਿਤ ਹੋ ਕੇ ਅਸੀਂ ਦੋਵਾਂ ਨੇ ਬਹੁਤ ਸਮੇਂ ਤੱਕ ਖੂਬ ਯੁੱਧ ਕੀਤਾ, ਕਿਉਂਕਿ ਅਸੀਂ ਦੋਵੇਂ ਹੀ ਆਪਣੇ ਆਪ ਨੂੰ ਸੰਪੂਰਨ ਕਾਇਨਾਤ ਦਾ ਸਵਾਮੀ ਸਮਝਦੇ ਸਾਂ। ਜੈ ਗੁਰੂ ਜੀ। ਸ਼ੁਕਰਾਨਾ ਗੁਰੂ ਜੀ। ਭੁੱਲ ਚੁੱਕ ਮਾਫ ਸੰਗਤ ਜੀ।